ਬਹੁਤ ਹੀ ਸਤਿਕਾਰਯੋਗ ਦਰਸ਼ਕੋ, ਪਾਠਕੋ ਅਤੇ ਪਿਆਰੇ ਵਿਦਿਆਰਥੀਓ, ਅੱਜ ਆਪਾਂ ਸੁਰਜਨਜੀਵੀ ਦੀ ਪੁਸਤਕ ਇਹ ਹੈ 12ਵੀਂ ਸੰਸਾਰ ਉੱਪਰ ਚਰਚਾ ਸ਼ੁਰੂ ਕਰ ਰਹੇ ਹਾਂ। ਇਸ ਪੁਸਤਕ ਵਿੱਚ ਕੁੱਲ 21 ਲੇਖ ਹਨ ਅਤੇ ਇਹਨਾਂ ਸਾਰੇ ਦੇ ਸਾਰੇ ਲੇਖਾਂ ਉੱਪਰ ਆਪਾਂ ਲਗਭਗ 21 ਲੈਕਚਰ ਤਿਆਰ ਕਰਾਂਗੇ। ਹਰ ਇੱਕ ਲੈਕਚਰ ਵਿੱਚ ਜਿੱਥੇ ਲੇਖ ਵਿਚਲੇ ਵਿਸ਼ਾ ਵਸਤੂ ਨੂੰ ਵਿਚਾਰਿਆ ਜਾਵੇਗਾ, ਇਸ ਦੇ ਨਾਲ ਹੀ ਇਸ ਗੱਲ ਨੂੰ ਵਿਚਾਰਿਆ ਜਾਵੇਗਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤੁਹਾਡੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾਣ ਵਾਲੇ ਸਵਾਲ ਕਿਸ ਤਰ੍ਹਾਂ ਦੇ ਹੋ ਸਕਦੇ ਹਨ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਚਲਾਏ ਜਾ ਰਹੇ ਕੁਝ ਕੋਰਸਾਂ ਵਿੱਚ ਪੰਜਾਬੀ ਲਾਜ਼ਮੀ ਦੇ ਤੌਰ 'ਤੇ ਪੜ੍ਹਾਏ ਜਾ ਰਹੇ ਸਿਲੇਬਸ ਦਾ ਹਿੱਸਾ ਇਸ ਪੁਸਤਕ ਨੂੰ ਬਣਾਇਆ ਗਿਆ ਹੈ। ਸਭ ਤੋਂ ਪਹਿਲਾਂ ਆਪਾਂ ਇਸ ਪੁਸਤਕ ਦੇ ਸਿਰਲੇਖ ਇਹ ਹੈ 12ਵੀਂ ਸੰਸਾਰ ਬਾਰੇ ਚਰਚਾ ਕਰਾਂਗੇ। ਇਸ ਤੋਂ ਬਾਅਦ ਆਪਾਂ ਇਸ ਗੱਲ ਉੱਪਰ ਵੀ ਚਰਚਾ ਕਰਾਂਗੇ ਕਿ ਪੰਜਾਬੀ ਯੂਨੀਵਰਸਿਟੀ ਆਪਣੀਆਂ ਪ੍ਰੀਖਿਆਵਾਂ ਵਿੱਚ ਕਿਸ ਤਰ੍ਹਾਂ ਦੇ ਸਵਾਲ ਪੁੱਛ ਸਕਦੀ ਹੈ ਅਤੇ ਉਹਨਾਂ ਸਵਾਲਾਂ ਦੇ ਜਵਾਬ ਆਪਾਂ ਕਿਸ ਤਰੀਕੇ ਨਾਲ ਦੇ ਸਕਦੇ ਹਾਂ, ਜਾਂ ਆਪਣੇ ਜਵਾਬਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸ ਤਰ੍ਹਾਂ ਦਾ ਉੱਤਰ ਦੇਣਾ ਹੈ। ਵਿਦਿਆਰਥੀਓ, ਇਸ ਪੁਸਤਕ ਦਾ ਸਿਰਲੇਖ ਇਹ ਹੈ 12ਵੀਂ ਸੰਸਾਰ ਵਿੱਚੋਂ 12ਵੀਂ ਅਤੇ ਸੰਸਾਰ ਦੋ ਵੱਖਰੇ ਸ਼ਬਦ ਹਨ। ਇਹਨਾਂ ਦੋਨਾਂ ਸ਼ਬਦਾਂ ਉੱਤੇ ਆਪਾਂ ਅਲੱਗ ਤੋਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ 12ਵੀਂ ਇੱਕ ਡਾਲ ਹੈ। ਛੋਟੀਆਂ ਬੱਚੀਆਂ ਦੁਆਰਾ ਖੇਡਣ ਵਾਸਤੇ ਉਹਨਾਂ ਦੀਆਂ ਜਿਹੜੀਆਂ ਬਚਪਨ ਦੀਆਂ ਖੇਡਾਂ ਹੁੰਦੀਆਂ, ਉਹਨਾਂ ਖੇਡਾਂ ਵਿੱਚ ਵਰਤੀ ਜਾਣ ਵਾਲੀ ਇੱਕ ਛੋਟੀ ਜਿਹੀ ਗੁੱਡੀ ਹੈ। ਇਸ ਬਾਰੇ ਇਸ ਪੁਸਤਕ ਦੇ ਮੁੱਢ ਵਿੱਚ ਜੋਗਿੰਦਰ ਸਿੰਘ ਰਾਹੀ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਮੈਂ ਉਸ ਨੂੰ ਪੜ੍ਹਾਂਗਾ। 12ਵੀਂ ਡਾਲ ਆਮ ਲੋਕਾਂ ਲਈ ਅਜਨਬੀ ਜਿਹਾ ਨਾਮ ਹੈ। ਬਹੁਤਿਆਂ ਨੂੰ ਪਤਾ ਨਹੀਂ ਹੋਵੇਗਾ ਕਿ ਇਹ ਆਖਰ ਕੀ ਵਸਤੂ ਹੈ ਜਾਂ ਕਿਸ ਸ਼ੈ ਦਾ ਨਾਮ ਹੈ। ਬੇਮਾਨੀ ਵਿਸਥਾਰ ਤੋਂ ਡਰਦਿਆਂ ਮੈਂ ਕਿਸੇ ਦੇਰੀ ਦੇ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਕਥਿਤ ਗਲੋਬਲਾਈਜੇਸ਼ਨ ਦਾ ਇੱਕ ਬਹੁਤ ਵੱਡਾ ਤੇ ਭਿਅੰਕਰ ਫਰਾਡ ਹੈ। ਇਹ ਪੱਛਮ ਦੇ ਅਤੀ ਵਿਕਸਿਤ ਦੇਸ਼ਾਂ, ਜਿਨ੍ਹਾਂ ਵਿੱਚ ਅਮਰੀਕਾ ਪ੍ਰਮੁੱਖ ਹੈ, ਦੇ ਕਾਰਪੋਰੇਟ ਜਗਤ ਦੇ ਹੱਡ ਤੋੜਵੇਂ ਸ਼ਿਕੰਜੇ ਦਾ ਇੱਕ ਖਾਸ ਪੇਟੈਂਟ ਹੈ। ਤਸ਼ਰੀਹਨ ਗੱਲ ਕਰਨੀ ਹੋਵੇ ਤਾਂ ਇਹ ਨਵਬਸਤੀਵਾਦ ਦੇ ਚੱਕਰਵਿਊਹ ਦਾ ਹਿੱਸਾ ਹੈ। ਗਲੋਬਲਾਈਜੇਸ਼ਨ ਦੇ ਭਰਮ ਵਿੱਚ ਗ੍ਰਸੇ ਪੰਜਾਬੀ ਦੇ ਪੱਛਮਵਾਦੀ ਉੱਤਰ ਆਧੁਨਿਕਤਾਵਾਦੀਆਂ ਨੇ ਇਸ ਨੂੰ ਉੱਤਰ ਬਸਤੀਵਾਦ ਦਾ ਨਾਮ ਦੇ ਲਿਆ ਹੈ। ਇੰਜ ਕਰਦੇ ਹੋਏ ਉਹ ਇਉਂ ਵਿਚਰਦੇ ਹਨ ਜਿਵੇਂ ਕਿਸੇ ਮੁਤਬਰਕ ਸ਼ਕਤੀ ਨੂੰ ਪ੍ਰਣਾਮ ਕਰ ਰਹੇ ਹੋ। ਜੋਗਿੰਦਰ ਸਿੰਘ ਰਾਹੀ ਜੀ ਅੱਗੇ ਦੱਸਦੇ ਹਨ ਕਿ 12ਵੀਂ ਡਾਲ ਕੋਈ ਅਜਿਹੀ ਮੁਤਬਰਕ ਤਾਕਤ ਨਹੀਂ, ਇਹ ਸਿਰਫ ਇੱਕ ਕਿਸ਼ੋਰ ਅਵਸਥਾ ਦੀ ਦਹਿਲੀਜ਼ ਉੱਤੇ ਖਲੋਤੀਆਂ ਬਾਲੜੀਆਂ ਦਾ ਖਿਡੌਣਾ ਹੈ, ਪਲਾਸਟਿਕ ਦੀ ਤੇ ਸਿੰਥੈਟਿਕ ਵਾਲਾਂ ਵਾਲੀ ਗੁੱਡੀ ਦੇ ਰੂਪ ਵਿੱਚ। ਇਸ ਦੇ ਬਣਾਉਣ ਦੀ ਕੀਮਤ ਚੰਦ ਅਮਰੀਕੀ ਸੈਂਟਾਂ ਤੋਂ ਵੱਧ ਨਹੀਂ, ਪਰ ਇਹ ਵਿਕਦੀ ਸੈਂਕੜੇ ਡਾਲਰਾਂ ਦੇ ਭਾਅ ਹੈ ਤੇ ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਇਸ ਦੀ ਅੰਤਰਰਾਸ਼ਟਰੀ ਵਿਕਰੀ ਤੋਂ ਅਰਬਾਂ ਡਾਲਰ ਕਮਾਏ ਹਨ। ਇਸ ਦਾ ਪ੍ਰਸਿੱਧ ਰੰਗ ਹਲਕਾ ਗੁਲਾਬੀ ਹੈ। ਭਾਵੇਂ ਕਾਲੀ ਨਸਲ ਦੀਆਂ ਬਾਲੜੀਆਂ ਨੂੰ ਮੋਹਿਤ ਕਰਨ ਲਈ ਇਸ ਦੇ ਕਾਲੇ ਰੰਗ ਵੀ ਮੰਡੀ ਵਿੱਚ ਪਧਾਰ ਚੁੱਕੇ ਹਨ। ਇਸ ਦਾ ਚਿਹਰਾ ਮੂਹਰਾ ਬਾਲਣੀਆਂ ਵਾਲਾ ਹੈ, ਪਰ ਅੰਗ ਜਵਾਨ ਕੁੜੀਆਂ ਵਾਲੇ ਹਨ। ਸੁਪਨੇ ਤੇ ਸ਼ੌਂਕ ਵੀ ਜਵਾਨ ਕੁੜੀਆਂ ਵਾਲੇ ਹਨ, ਜੋ ਉਗੜਦੇ ਹਨ ਇਸ ਦੇ ਬਿਸਤਰ ਤੇ ਸ਼ਿੰਗਾਰਦਾਨ ਦੀ ਸ਼ਾਨੋ ਸ਼ੌਕਤ ਵਿੱਚ, ਜਿਨ੍ਹਾਂ ਨੂੰ ਸਜਾਇਆ ਜਾਂਦਾ ਹੈ ਸ਼ਾਹੀ ਠਾਠ ਬਾਠ ਵਾਲੀ ਟੇਪਿਸਟਰੀ, ਸਿਰਹਾਣਿਆਂ, ਚਾਦਰਾਂ ਤੇ ਹੋਰ ਸਾਜੋ ਸਮਾਨ ਦੀ ਰੇਸ਼ਮੀ ਸ਼ੋਅ ਤੇ ਚਮਕ ਦਮਕ ਨਾਲ। ਇਸ ਦੇ ਲਿਬਾਸ ਦੀ ਭਾਅ ਵੀ ਕੁਝ ਐਸੀ ਹੀ ਹੁੰਦੀ ਹੈ, ਸਫੈਦ, ਗੁਲਾਬੀ ਜਾਂ ਇਹਨਾਂ ਨਾਲ ਮਿਲਦੇ ਜੁਲਦੇ ਰੰਗਾਂ ਵਿੱਚ। ਸਕਰਟ ਪਤਲੀਆਂ ਲੱਤਾਂ ਦੇ ਆਲੇ ਦੁਆਲੇ ਫੈਲਰਮੀ ਹੁੰਦੀ ਹੈ, ਪੂਰੀ ਸਜਾਵਟ ਸਹਿਤ। ਬਾਲੜੀਆਂ ਇਸ ਦੇ ਨਵੇਂ ਤੋਂ ਨਵੇਂ ਰੂਪਾਂ ਅਤੇ ਅਲਫ ਲੈਲਾ ਦੀਆਂ ਕਹਾਣੀਆਂ ਵਾਂਗ ਫਰੇਫਤਾ ਹੁੰਦੀਆਂ ਹਨ। ਜੋਗਿੰਦਰ ਸਿੰਘ ਰਾਹੀ ਦੇ ਮੁਤਾਬਕ ਕਿ ਮੂਲ ਰੂਪ ਦੇ ਵਿੱਚ ਇਹ ਇੱਕ ਗੁੱਡੀ ਹੀ ਹੈ ਜਿਸ ਦੇ ਨਾਲ ਬਾਲੜੀ ਉਮਰ ਦੀਆਂ ਕੁੜੀਆਂ ਖੇਡਦੀਆਂ ਹਨ, ਪਰ ਇਸ ਦੀ ਸ਼ਾਨੋ ਸ਼ੌਕਤ, ਇਸ ਦੀ ਪੇਸ਼ਕਾਰੀ, ਇਹਦੇ ਲਿਬਾਸ, ਇਹਦੇ ਨਾਲ ਹੋਰ ਵੀ ਬੜਾ ਜਿਹੜਾ ਸਮਾਨ ਮਿਲਦਾ ਹੈ, ਬਿਸਤਰੇ ਮਿਲਦੇ ਹਨ, ਸਿਰਹਾਣੇ ਮਿਲਦੇ ਹਨ। ਇਹਨਾਂ ਸਾਰੀਆਂ ਗੱਲਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਗੁੱਡੀ ਜਾਂ ਇਹ ਖਿਡੌਣਾ
ਮੂਲ ਰੂਪ ਦੇ ਵਿੱਚ ਕਿਸੇ ਗਲੈਮਰਸ ਜਾਂ ਕਿਸੇ ਬਹੁਤ ਹੀ ਅਮੀਰ ਘਰਾਣੇ ਦੀ ਕੁੜੀ ਜਿਹੜੀ ਕਿ ਸ਼ਾਨੋ ਸ਼ੌਕਤ ਦੇ ਵਿੱਚ ਪਲ ਰਹੀ ਹੈ, ਉਸ ਦਾ ਪ੍ਰਤੀਕ ਹੈ। ਇਹ ਇਸ ਤਰ੍ਹਾਂ ਦੀ ਜਿਹੜੀ ਗੁੱਡੀ ਹੈ, ਜਦੋਂ ਬੱਚਿਆਂ ਨੂੰ ਖੇਡਣ ਲਈ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਮਨ ਦੇ ਅੰਦਰ ਇਸ ਗੁੱਡੀ ਨੂੰ ਦੇਖ ਕੇ ਕੁਝ ਸੁਪਨੇ ਉਮੜਨ ਲੱਗ ਪੈਂਦੇ ਹਨ। ਇਸ ਗੁੱਡੀ ਜਾਂ ਇਸ ਖਿਡੌਣੇ ਨੂੰ ਕਾਪੀ ਕਰਦੀਆਂ ਹੋਈਆਂ ਉਹ ਕੁੜੀਆਂ ਆਪਣੇ ਆਪ ਨੂੰ ਉਹੋ ਜਿਹੇ ਹੀ ਸੰਸਾਰ ਦੇ ਵਿੱਚ ਵੇਖਣਾ ਪਸੰਦ ਕਰਦੀਆਂ ਹਨ। ਅਜਿਹੇ ਸੁਪਨੇ ਲੈਣਾ ਸ਼ੁਰੂ ਕਰ ਦਿੰਦੀਆਂ ਹਨ ਜਿਸ ਸੁਪਨੇ ਵਿੱਚ ਉਹ ਵੀ ਸ਼ਾਨੋ ਸ਼ੌਕਤ ਦੀ ਜ਼ਿੰਦਗੀ ਬਤੀਤ ਕਰ ਰਹੀਆਂ ਹੁੰਦੀਆਂ ਹਨ। ਤਾਂ ਇਸੇ ਕਰਕੇ ਇਸ ਨੂੰ ਇੱਕ ਤਰ੍ਹਾਂ ਦਾ ਫਰਾਡ ਕਿਹਾ ਗਿਆ ਹੈ ਕਿ ਭਾਵੇਂ ਇਹ ਇੱਕ ਖਿਡੌਣਾ ਹੀ ਹੈ, ਪਰ ਇਸ ਖਿਡੌਣੇ ਰਾਹੀਂ ਬੱਚੀਆਂ ਦੀ ਮਾਨਸਿਕਤਾ ਦੇ ਨਾਲ ਖੇਡਿਆ ਜਾਂਦਾ ਹੈ ਸਿਰਫ ਮੁਨਾਫਾ ਕਮਾਉਣ ਲਈ। ਅੱਗੇ ਜੋਗਿੰਦਰ ਸਿੰਘ ਰਾਹੀ ਜੀ ਦੱਸਦੇ ਹਨ ਕਿ ਗਰੀਬ ਤਬਕੇ ਦੀਆਂ ਬਾਲੜੀਆਂ ਨੂੰ ਇਸ ਬਾਰੇ ਬਹੁਤਾ ਕੁਝ ਪਤਾ ਨਹੀਂ, ਪਰ ਜੇ ਉਹ ਉਸ ਨੂੰ ਕਿਧਰੇ ਵੇਖ ਲੈਣ ਤਾਂ ਹਸਰਤ ਭਰੀਆਂ ਨਿਗਾਹਾਂ ਨਾਲ ਇਸ ਨੂੰ ਇੰਜ ਨਿਹਾਰਦੀਆਂ ਹਨ ਜਿਵੇਂ ਦਿਨਾਂ ਤੋਂ ਭੁੱਖੀਆਂ ਰੋਟੀ ਦੀ ਤਲਾਸ਼ ਵਿੱਚ ਹੋਣ। ਉੱਚੇ ਵਰਗ ਜਾਂ ਅਮੀਰ ਘਰਾਣੇ ਦੀਆਂ ਕੁੜੀਆਂ ਤਾਂ ਇਸ ਤੋਂ ਪ੍ਰਭਾਵਿਤ ਹੁੰਦੀਆਂ ਹੀ ਹਨ, ਗਰੀਬ ਤਬਕੇ ਦੀਆਂ ਬਾਲੜੀਆਂ ਵੀ ਇਸ ਤੋਂ ਪ੍ਰਭਾਵਿਤ ਹੁੰਦੀਆਂ ਹਨ। ਇਸ ਤੋਂ ਇਸ ਬਾਰਬੀ ਡਾਲ ਦਾ ਬੱਚਿਆਂ ਦੀ ਮਾਨਸਿਕਤਾ ਉੱਤੇ ਸ਼ਿੱਦਤ ਦਾ ਪਤਾ ਲੱਗਦਾ ਹੈ। ਮੱਧ ਸ਼੍ਰੇਣੀ ਤੇ ਉੱਪਰਲੀਆਂ ਜਮਾਤਾਂ ਦੀਆਂ ਬਾਲੜੀਆਂ ਦੀ ਤਾਂ ਆਪਣੇ ਮਾਂ-ਬਾਪ ਤੋਂ ਮੰਗ ਹੀ ਬਤੌਰ ਤੋਹਫੇ ਦੇ ਬਾਰਬੀ ਡਾਲ ਦੀ ਰਹਿੰਦੀ ਹੈ। ਮਾਂ-ਬਾਪ ਨੂੰ ਜੇਬ ਕਸਮੀ ਹੋਣ ਦੇ ਬਾਵਜੂਦ ਇਹ ਮੰਗਾਂ ਪੂਰੀਆਂ ਕਰਨੀਆਂ ਹੀ ਪੈਂਦੀਆਂ ਹਨ। ਉਹਨਾਂ ਨੂੰ ਬਾਰਬੀ ਡਾਲ ਦੀ ਕਸ਼ਿਸ਼ ਪਿੱਛੇ ਕੰਮ ਕਰਦੀਆਂ ਤਾਕਤਾਂ ਜਾਂ ਪ੍ਰਵਿਰਤੀਆਂ ਦਾ ਨਾ ਪਤਾ ਹੁੰਦਾ ਹੈ ਤੇ ਨਾ ਹੀ ਛੇਤੀ ਕਿਤੇ ਪਤਾ ਚੱਲਦਾ ਹੈ, ਕਿਉਂਕਿ ਮਾਮਲਾ ਗੁੰਝਲਦਾਰ ਹੈ। ਹੁਣ ਦੇਖੋ, ਜਦੋਂ ਕੋਈ ਬੱਚਾ ਆਪਣੇ ਮਾਪਿਆਂ ਤੋਂ ਅਜਿਹੀ ਗੁੱਡੀ ਦੀ ਮੰਗ ਕਰਦਾ ਹੈ ਤਾਂ ਉਹਦੇ ਮਾਪਿਆਂ ਨੂੰ ਇਸ ਗੁੱਡੀ ਪਿੱਛੇ ਚੱਲ ਰਹੀ ਬਹੁਤ ਵੱਡੀ ਸਾਜ਼ਿਸ਼ ਦਾ ਪਤਾ ਨਹੀਂ ਹੁੰਦਾ, ਉਹਨੂੰ ਇਹਨਾਂ ષਡਯੰਤਰਾਂ ਦਾ ਪਤਾ ਨਹੀਂ ਹੁੰਦਾ। ਇਸ ਕਰਕੇ ਉਹ ਆਪਣੇ ਬੱਚਿਆਂ ਦੇ ਪਿਆਰ ਵਸ ਆਪਣੇ ਬੱਚਿਆਂ ਦੀ ਇਸ ਮੰਗ ਨੂੰ ਪੂਰੀ ਕਰ ਦਿੰਦੇ ਹਨ, ਪਰ ਇਹਦਾ ਨੁਕਸਾਨ ਬੁਨਿਆਦੀ ਰੂਪ ਦੇ ਵਿੱਚ ਉਹਨਾਂ ਬੱਚਿਆਂ ਦੀ ਮਾਨਸਿਕਤਾ ਦੇ ਉੱਤੇ ਪ੍ਰਭਾਵ ਪੈਂਦਾ ਹੈ। ਬਾਰਬੀ ਡਾਲ ਅੱਜ ਤੋਂ ਤਕਰੀਬਨ 50 ਵਰ੍ਹੇ ਪਹਿਲਾਂ ਜੰਮੀ ਯਾਨੀ ਹੋਂਦ ਵਿੱਚ ਆਈ। ਸਮੇਂ ਦੇ ਇਸ ਲੰਮੇ ਅੰਤਰਾਲ ਦੇ ਬਾਵਜੂਦ ਅੱਜ ਤੱਕ ਬੁੱਢੀ ਨਹੀਂ ਹੋਈ। ਉਹ ਜਵਾਨ ਜੰਮੀ ਤੇ ਅਜੇ ਵੀ ਜਵਾਨ ਹੈ। ਬਾਲੜੀਆਂ ਵਾਲੇ ਨਕਸ਼ਾਂ ਤੇ ਰੰਗ ਰੂਪ ਦੇ ਬਾਵਜੂਦ ਉਹ ਹਮੇਸ਼ਾ ਕਿਸ਼ੋਰ ਅਵਸਥਾ ਦੀ ਦਹਲੀਜ਼ ਉੱਤੇ ਖਲੋਤੀ ਨਵੇਂ-ਨਵੇਂ ਪਹਿਰਾਵੇ ਤੇ ਐਸ਼ਵਰਜ ਮਾਣਦੀ ਚਲੀ ਆ ਰਹੀ ਹੈ। ਹੁਣ ਜਦੋਂ ਬਾਲੜੀਆਂ ਵਿੱਚ ਨਾਰੀ ਚੇਤਨਾ ਵਧਣ ਲੱਗੀ ਤਾਂ ਬਾਰਬੀ ਡਾਲ ਦਾ ਇੱਕ ਨਵਾਂ ਮਾਡਲ ਮੰਡੀ ਵਿੱਚ ਪੇਲ ਦਿੱਤਾ ਗਿਆ, ਜਿਸ ਵਿੱਚ ਉਹ ਹੈ ਤਾਂ ਪਹਿਲੀ ਵਰਗੀ ਹੀ ਕਿਸ਼ੋਰ ਪਰ ਗਰਭਵਤੀ ਹੈ। ਉਸ ਵਿੱਚ ਲੱਗਾ ਇੱਕ ਬਟਨ ਦਬਾਓ, ਬੱਚਾ ਪੇਟ ਵਿੱਚੋਂ ਬਾਹਰ ਆ ਜਾਏਗਾ। ਪਿਆਰਾ ਜਿਹਾ ਬੱਚਾ ਜਿਸ ਨੂੰ ਬਾਲੜੀਆਂ ਨਵਜਾਤ ਬੱਚੇ ਵਾਂਗ ਚੁੰਮਦੀਆਂ ਚੱਟਦੀਆਂ ਹਨ। ਇਹ ਕਿਸ ਕਿਸਮ ਦੀ ਪ੍ਰਵਿਰਤੀ ਨੂੰ ਗਰਮਾਉਣ ਦੀ ਕੋਸ਼ਿਸ਼ ਹੈ, ਪਾਠਕ ਖੁਦ ਅਨੁਮਾਨ ਲਾ ਸਕਦੇ ਹਨ, ਦੱਸਣ ਦੀ ਲੋੜ ਨਹੀਂ। ਸੋ ਇਸ ਤਰੀਕੇ ਨਾਲ ਇਹਨਾਂ ਬੱਚੀਆਂ ਦੀ ਮਾਨਸਿਕ ਅਵਸਥਾ ਉੱਪਰ ਤਰ੍ਹਾਂ ਤਰ੍ਹਾਂ ਦੇ ਪ੍ਰਭਾਵ ਪਾਏ ਜਾਂਦੇ ਹਨ, ਔਰ ਇਹ ਪ੍ਰਭਾਵ ਪਾਉਣ ਪਿੱਛੇ ਵੀ ਉਹਨਾਂ ਦਾ ਮੂਲ ਮਕਸਦ ਪੂੰਜੀ ਇਕੱਠੀ ਕਰਨਾ, ਸਰਮਾਇਆ ਇਕੱਠਾ ਕਰਨਾ ਹੀ ਹੁੰਦਾ ਹੈ। ਉਹਨਾਂ ਨੇ ਆਮ ਲੋਕਾਂ ਦੀ ਮਾਨਸਿਕਤਾ ਤੋਂ ਕੁਝ ਨਹੀਂ ਲੈਣਾ ਹੁੰਦਾ ਹੈ। ਅੱਗੇ ਜੋਗਿੰਦਰ ਸਿੰਘ ਰਾਹੀ ਜੀ ਦੱਸਦੇ ਹਨ ਕਿ ਮਾਂ-ਬਾਪ ਨੂੰ ਇਹ ਚਤੁਰਾਈ ਦੀ ਭਿਣਕ ਨਹੀਂ ਪੈਂਦੀ, ਭਾਵੇਂ ਉਹ ਖੁਦ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਹ ਅਹਿਸਾਸ ਵਿੱਚੋਂ ਗੁਜ਼ਰ ਚੁੱਕੇ ਹੁੰਦੇ ਹਨ। ਨਤੀਜਨ ਜਦੋਂ ਉਹ ਅੱਗੋਂ ਆਪਣੇ ਬੱਚਿਆਂ ਦੀਆਂ ਖਾਹਿਸ਼ਾਂ ਨਾਲ ਸਨਮੁਖ ਹੁੰਦੇ ਹਨ ਤਾਂ ਅਚੇਤ ਹੀ ਬਿਨਾਂ ਕਿਸੇ ਹਿਚਕਚਾਹਟ ਦੇ ਬੱਚਿਆਂ ਦੀਆਂ ਖਾਹਿਸ਼ਾਂ ਦੀ ਪੂਰਤੀ ਨੂੰ ਆਪਣੇ ਅਤੀਤ ਦੀਆਂ ਹਸਰਤਾਂ ਦੀ ਪੂਰਤੀ ਦਾ ਜ਼ਰੀਆ ਬਣਾ ਲੈਂਦੇ ਹਨ। ਇਹ ਸਭ ਕੁਝ ਅਚੇਤ ਹੀ ਵਾਪਰਦਾ ਰਹਿੰਦਾ ਹੈ। ਇਸ ਅਚੇਤ ਨੇ ਖੂਬਸੂਰਤੀ ਦੇ ਪ੍ਰਤੀਮਾਨ ਬਦਲ ਦਿੱਤੇ ਹਨ। ਕਿਸੇ ਸਮੇਂ ਖੂਬਸੂਰਤੀ ਭਰਵੇਂ ਸਰੀਰ ਨਾਲ ਜੋੜੀ ਜਾਂਦੀ ਸੀ। ਬਾਰਬੀ ਡਾਲ ਨੇ ਪਤਲੇ ਪਤੰਗ ਸਰੀਰ ਤੇ ਘੱਟ ਖਾਣ ਨੂੰ ਸ਼ਹਿ ਦਿੱਤੀ, ਜੋ ਪੇਟ ਦੀਆਂ ਤੇ ਕਈ ਹੋਰ ਬਿਮਾਰੀਆਂ ਦਾ ਕਾਰਨ ਬਣੀ, ਜਿਨ੍ਹਾਂ ਨੂੰ ਚਿਕਿਤਸਕ ਬਿਹਤਰ ਜਾਣਦੇ ਹਨ। ਜਿਸਮ ਦੀ ਬਨਾਵਟ ਵਿੱਚ ਕਾਗਜ਼ੀ ਸੱਭਿਆਚਾਰ ਦਾ ਜਨੂਨ ਛਾ ਗਿਆ, ਲੇਕਿਨ ਕਾਰਪੋਰੇਟ ਜਗਤ ਦੀਆਂ ਨੀਤੀਆਂ ਵਿੱਚ ਇਹ ਸਭ ਕੁਝ ਅਚੇਤ ਨਹੀਂ ਵਾਪਰਿਆ। ਹੁਣ ਦੇਖੋ, ਇੱਕ ਪਾਸੇ ਲੋਕ ਹਨ, ਆਮ ਲੋਕ ਹਨ, ਜਿਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਜਾਂ ਵੱਡੀਆਂ ਕੰਪਨੀਆਂ ਜਿਹੜੀਆਂ ਇਸ ਬਾਰਬੀ ਡਾਲ ਨੂੰ ਬਣਾਉਂਦੀਆਂ ਹਨ, ਉਹਨਾਂ ਦੀਆਂ ਨੀਤੀਆਂ, ਸਾਜ਼ਿਸ਼ਾਂ ਜਾਂ ਛੜਯੰਤਰਾਂ ਦਾ ਪਤਾ ਨਹੀਂ। ਉਹ ਲੋਕ ਤਾਂ
ਸਧਾਰਨ ਰੂਪ ਵਿੱਚ ਆਪਣੇ ਬੱਚਿਆਂ ਲਈ ਇੱਕ ਖਿਡੌਣਾ ਹੀ ਖਰੀਦਦੇ ਹਨ, ਪਰ ਕੰਪਨੀਆਂ ਜਾਂ ਉਹਨਾਂ ਕਾਰਪੋਰੇਟ ਘਰਾਣਿਆਂ ਜਾਂ ਉਸ ਕਾਰਪੋਰੇਟ ਜਗਤ ਦਾ ਇਸ ਪਿੱਛੇ ਕੀ ਮਕਸਦ ਹੈ, ਉਸ ਬਾਰੇ ਜੋਗਿੰਦਰ ਸਿੰਘ ਰਾਹੀ ਜੀ ਦੱਸਦੇ ਹਨ। ਲੇਕਿਨ ਕਾਰਪੋਰੇਟ ਜਗਤ ਦੀਆਂ ਨੀਤੀਆਂ ਵਿੱਚ ਇਹ ਸਭ ਕੁਝ ਅਚੇਤ ਨਹੀਂ ਵਾਪਰਿਆ। ਕਾਰਪੋਰੇਟ ਜਗਤ ਤੋਂ ਸਾਡਾ ਭਾਵ ਉਹਨਾਂ ਤਾਕਤਾਂ ਤੋਂ ਹੈ ਜਿਨ੍ਹਾਂ ਦੇ ਹੱਥ ਵਿੱਚ ਕਿਸੇ ਵੀ ਸਮਾਜ, ਖਿੱਤੇ ਜਾਂ ਦੁਨੀਆ ਦੀ ਤਾਕਤ, ਸਰਮਾਏ ਔਰ ਸਿਆਸਤ ਦੀ ਤਾਕਤ ਵਿੱਚ ਹੁੰਦੀ ਹੈ। ਇਸ ਤਰੀਕੇ ਨਾਲ ਬੱਚਿਓ, ਇਸ ਪੁਸਤਕ ਵਿੱਚ ਜਿੰਨੇ ਵੀ ਲੇਖ ਪੇਸ਼ ਹੋਏ ਹਨ, ਉਹਨਾਂ ਰਾਹੀਂ ਅਸੀਂ ਬੁਨਿਆਦੀ ਰੂਪ ਵਿੱਚ ਕਾਰਪੋਰੇਟ ਘਰਾਣਿਆਂ, ਕਾਰਪੋਰੇਟ ਜਗਤ ਅਤੇ ਉਹਨਾਂ ਵਿਕਸਿਤ ਦੇਸ਼ਾਂ ਦੇ ਛੜਯੰਤਰਾਂ ਦੀ ਗੱਲ ਕਰਾਂਗੇ, ਜਾਂ ਉਹਨਾਂ ਛੜਯੰਤਰਾਂ ਜਾਂ ਉਹਨਾਂ ਸਾਜ਼ਿਸ਼ਾਂ ਨੂੰ ਸੁਰਜਨਜੀਰਵੀ ਨੇ ਇਹਨਾਂ ਲੇਖਾਂ ਰਾਹੀਂ ਪੇਸ਼ ਕੀਤਾ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਪੈਸਾ ਕਮਾਉਣਾ ਹੈ ਜਾਂ ਧਨ ਇਕੱਠਾ, ਸਰਮਾਇਆ ਇਕੱਠਾ ਕਰਨਾ ਹੈ। ਤਾਂ ਅਸੀਂ ਬੁਨਿਆਦੀ ਰੂਪ ਵਿੱਚ ਉਹਨਾਂ ਕਾਰਪੋਰੇਟ ਘਰਾਣਿਆਂ ਜਾਂ ਉਹਨਾਂ ਵਿਕਸਿਤ ਦੇਸ਼ਾਂ ਦਾ ਬਾਕੀ ਦੁਨੀਆ ਉੱਪਰ ਕਿਵੇਂ ਗਲਬਾ ਸਥਾਪਿਤ ਹੁੰਦਾ ਹੈ ਤੇ ਉਹ ਇਸ ਗਲਬੇ ਨੂੰ ਸਥਾਪਿਤ ਕਰਨ ਲਈ ਕਿਹੋ ਜਿਹੀਆਂ ਚਾਲਾਂ ਚੱਲਦੇ ਹਨ, ਇਸ ਬਾਰੇ ਇਹ ਸਾਰੇ ਲੇਖ ਹਨ। ਮਤਲਬ ਇਹਨਾਂ ਲੇਖਾਂ ਦਾ ਵਿਸ਼ਾ ਵਸਤੂ ਉਹਨਾਂ ਦੁਆਰਾ ਸਰਮਾਇਆ ਇਕੱਠਾ ਕਰਨ ਲਈ ਚੱਲੀਆਂ ਗਈਆਂ ਚਾਲਾਂ ਅਤੇ ਆਮ ਲੋਕਾਂ ਉੱਪਰ ਤੇ ਆਮ ਲੋਕਾਂ ਦੀ ਮਾਨਸਿਕਤਾ ਉੱਪਰ ਇਹਨਾਂ ਚਾਲਾਂ ਦੇ ਪਏ ਪ੍ਰਭਾਵਾਂ ਬਾਰੇ ਇਹਨਾਂ ਲੇਖਾਂ ਵਿੱਚ ਚਰਚਾ ਕੀਤੀ ਗਈ ਹੈ। ਸੋ ਬੱਚਿਓ, ਇਹ ਹੈ ਬਾਰਬੀ ਸੰਸਾਰ, ਇਸ ਪੁਸਤਕ ਦਾ ਸਿਰਲੇਖ ਹੈ ਤੇ ਇੱਥੇ ਲੋਕਾਂ ਦੀ ਲੁੱਟ ਕਰਦਾ ਹੈ ਉਸ ਸੰਸਾਰ ਦੀ ਚਰਚਾ ਕੀਤੀ ਗਈ ਹੈ। ਅਤੇ ਉਹ ਸੰਸਾਰ ਕਿਹੜਾ ਹੈ? ਉਹ ਸੰਸਾਰ ਹੈ ਬਾਰਬੀ ਡਾਲ ਨੂੰ ਬਣਾਉਣ ਵਾਲੇ ਕਾਰਪੋਰੇਟ ਘਰਾਣਿਆਂ ਦਾ ਸੰਸਾਰ, ਜਿਸ ਸੰਸਾਰ ਨੇ ਆਮ ਲੋਕਾਂ ਦੀਆਂ ਭਾਵਨਾਵਾਂ ਤੋਂ ਕੁਝ ਨਹੀਂ ਲੈਣਾ, ਜਿਸ ਸੰਸਾਰ ਨੇ ਆਮ ਲੋਕਾਂ ਦੀਆਂ ਆਰਥਿਕ ਹਾਲਤਾਂ ਤੋਂ ਕੁਝ ਨਹੀਂ ਲੈਣਾ। ਉਹਨਾਂ ਦਾ ਇੱਕੋ ਇੱਕ ਮਕਸਦ ਸਰਮਾਇਆ ਇਕੱਠਾ ਕਰਨਾ ਅਤੇ ਦੁਨੀਆ ਦੇ ਅਵਿਕਸਿਤ ਜਾਂ ਘੱਟ ਵਿਕਸਿਤ ਦੇਸ਼ਾਂ ਉੱਪਰ ਆਪਣਾ ਗਲਬਾ ਸਥਾਪਿਤ ਕਰਨਾ ਹੈ। ਸੋ ਵਿਦਿਆਰਥੀਓ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੁਝ ਅਜਿਹੇ ਕੋਰਸ ਹਨ ਜਿਨ੍ਹਾਂ ਵਿੱਚ ਇਸ ਪੁਸਤਕ ਵਿੱਚੋਂ ਵੱਡੇ ਸਵਾਲ ਪੁੱਛੇ ਜਾਣਗੇ ਤੇ ਕੁਝ ਅਜਿਹੇ ਕੋਰਸ ਹਨ ਜਿਨ੍ਹਾਂ ਵਿੱਚ ਛੋਟੇ ਸਵਾਲ ਪੁੱਛੇ ਜਾਣਗੇ। ਸੋ ਵਿਦਿਆਰਥੀਓ, ਜਿਹੜੇ ਵੱਡੇ ਸਵਾਲ ਹਨ, ਜਿਨ੍ਹਾਂ ਦੇ ਉੱਤਰ ਵੱਡੇ ਹੋਣਗੇ, ਉਹਨਾਂ ਦੇ ਜਵਾਬ ਆਪਾਂ 450 ਤੋਂ 500 ਸ਼ਬਦਾਂ ਤੱਕ ਦੇਣੇ ਹੈ ਤੇ ਜਿਹੜੇ ਛੋਟੇ ਸਵਾਲ ਹਨ, ਉਹਨਾਂ ਦੇ ਜਵਾਬ ਨੇ ਜਿਹੜੇ ਉਹ 300 ਤੋਂ 350 ਸ਼ਬਦਾਂ ਤੱਕ ਜਵਾਬ ਦੇਣੇ ਹਨ। ਸੋ ਇਹਨਾਂ ਦੋਨਾਂ ਤਰ੍ਹਾਂ ਦੇ ਸਵਾਲਾਂ ਬਾਰੇ ਆਪਾਂ ਚਰਚਾ ਕਰਾਂਗੇ। ਇਹ ਚਰਚਾ ਆਪਾਂ ਲੇਖ ਦੇ ਪੜ੍ਹਦੇ ਹੋਏ ਨਾਲ ਦੀ ਨਾਲ ਹੀ ਕਰਦੇ ਜਾਵਾਂਗੇ। ਇਸ ਲੇਖ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਾਂ ਇਸ ਗੱਲ ਉੱਪਰ ਚਰਚਾ ਕਰਾਂਗੇ ਕਿ ਵੱਡੇ ਉੱਤਰ ਵਾਲੇ ਪ੍ਰਸ਼ਨ ਦਾ ਉੱਤਰ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਅਤੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦਾ ਉੱਤਰ ਕਿਸ ਤਰ੍ਹਾਂ ਦਾ ਹੋ ਸਕਦਾ ਹੈ। ਆਓ ਪਹਿਲੇ ਲੇਖ ਦੀ ਪੜ੍ਹਾਈ ਕਰਦੇ ਹਾਂ। ਵਿਦਿਆਰਥੀਓ, ਇਸ ਵਾਰਤਕ ਸੰਗ੍ਰਹਿ ਦੇ ਪਹਿਲੇ ਲੇਖ 20ਵੀਂ ਸਦੀ ਦੇ ਅਖੀਰਲੇ ਦਹਾਕੇ ਨੂੰ ਕੀ ਨਾਂ ਦਿੱਤਾ ਜਾਵੇ ਸਿਰਲੇਖ ਅਧੀਨ ਹੈ। ਆਓ ਇਸ ਲੇਖ ਦੀ ਪੜ੍ਹਾਈ ਕਰਦੇ ਹਾਂ। ਹਿੰਦੁਸਤਾਨ ਵਿੱਚ ਉਪਰੋਕਤ ਸਵਾਲ ਸ਼ਾਇਦ ਇੰਨੀ ਉਤਸੁਕਤਾ ਨਾ ਜਗਾਵੇ, ਪਰ ਪੱਛਮ ਵਿੱਚ ਇਹ ਤਿੱਖੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਵਿਦਵਾਨ ਪਹਿਲਾਂ ਇੱਥੋਂ ਦੇ ਇੱਕ ਸਰਕਰ ਦਾ ਦੈਨਿਕ ਟੋਰਾਂਟੋ ਸਟਾਰ ਨੇ ਆਪਣੇ ਪਾਠਕਾਂ ਨੂੰ ਇਸ ਚਰਚਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਲੇਖ ਨੂੰ ਲਿਖਣ ਦਾ ਸਾਲ 1998 ਹੈ। ਕਹਿਣ ਦਾ ਮਤਲਬ ਹੈ 20ਵੀਂ ਸਦੀ ਦੇ ਆਖਰੇ 10 ਸਾਲ। ਉਹਨਾਂ 10 ਸਾਲਾਂ ਵਿੱਚੋਂ ਕੇਵਲ 8 ਸਾਲ ਹੀ ਬੀਤੇ ਸਨ ਜਦੋਂ ਇਸ ਲੇਖ ਨੂੰ ਲਿਖਿਆ ਗਿਆ। ਇਸ ਕਰਕੇ ਇਸ ਲੇਖ ਵਿੱਚ ਆਏ ਸਾਰੇ ਵਿਚਾਰਾਂ ਨੂੰ 1998 ਵਿੱਚ ਲਿਖੇ ਹੋਏ ਵਿਚਾਰਾਂ ਦੇ ਰੂਪ ਵਿੱਚ ਹੀ ਆਪਾਂ ਪੜ੍ਹਾਂਗੇ। ਨਿਰੋਲ ਪੱਛਮੀ ਜਾਵੀਏ ਤੋਂ ਵੀ ਇਹ ਦਹਾਕੇ ਨੂੰ ਕੋਈ ਢੁਕਵਾਂ ਨਾ ਦੇ ਸਕਣਾ ਇੰਨਾ ਸੌਖਾ ਮਾਮਲਾ ਨਹੀਂ। ਉਂਝ ਵੀ ਇਸ ਦਹਾਕੇ ਨੂੰ ਪੂਰਾ ਹੋਣ ਵਿੱਚ ਅਜੇ 2 ਸਾਲ ਬਾਕੀ ਹਨ। ਕੌਣ ਜਾਣਦਾ ਹੈ ਕਿ ਅੱਜ ਦੇ ਚੁਣੇ ਨਾਂ ਨੂੰ ਭਲਕੇ ਦੀਆਂ ਘਟਨਾਵਾਂ ਗਲਤ ਜਾਂ ਅਢੁਕਵਾਂ ਸਾਬਤ ਨਹੀਂ ਕਰ ਦੇਣਗੀਆਂ। ਸਿਆਸੀ ਜਾਂ ਆਰਥਿਕ ਜ਼ਲਜ਼ਲੇ ਦਾ ਲੋਕ ਰਾਏ ਵਿੱਚ ਜਵਾਰ ਭਾਟੇ ਮਾਰਾਂ ਦੀਆਂ ਗਿਣਤੀਆਂ ਮਿਣਤੀਆਂ ਦੀ ਪ੍ਰਵਾਹ ਥੋੜ੍ਹਾ ਕਰਦੇ ਹਨ। ਜਿਹੜਾ 20ਵੀਂ ਸਦੀ ਦਾ ਆਖਰੀ ਦਹਾਕਾ ਸੀਗਾ 1990 ਤੋਂ ਲੈ ਕੇ 2000 ਪੂਰੇ ਤੱਕ, ਇਹਨਾਂ 10 ਸਾਲਾਂ ਵਿੱਚ ਵਿਸ਼ਵ ਪੱਧਰ 'ਤੇ ਬਹੁਤ ਵੱਡੀਆਂ ਘਟਨਾਵਾਂ ਵਾਪਰ ਗਈਆਂ ਸਨ, ਜਾਂ ਇਸ ਤੋਂ ਪਹਿਲੇ ਸਮੇਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਦੇ ਪ੍ਰਭਾਵ
ਇਹਨਾਂ 10 ਸਾਲਾਂ ਵਿੱਚ ਦਿਖਣੇ ਸ਼ੁਰੂ ਹੋ ਗਏ ਸਨ। ਸੋ ਇਹ 10 ਸਾਲ ਸਾਰੀ ਦੁਨੀਆ ਦੀ ਅਰਥ ਵਿਵਸਥਾ ਅਤੇ ਰਾਜਨੀਤਿਕ ਪੱਧਰ 'ਤੇ ਬੜੇ ਉਥਲ-ਪੁਥਲ ਵਾਲੇ ਸਾਲ ਸਨ। ਇਹਨਾਂ 10 ਸਾਲਾਂ ਨੂੰ ਨਾ ਕੀ ਦਿੱਤਾ ਜਾਵੇ, ਇਸ ਵਿਸ਼ੇ ਨੂੰ ਮੁੱਖ ਰੱਖ ਕੇ ਸੁਰਜਨ ਜੀਰਵੀ ਨੇ ਇਹ ਲੇਖ ਲਿਖਿਆ ਹੈ ਤੇ ਨਾਲ ਹੀ ਇਹਨਾਂ 10 ਸਾਲਾਂ ਦੇ ਵਿਸ਼ਵ ਪੱਧਰ ਦੇ ਹਾਲਾਤ ਬਿਆਨ ਕੀਤੇ ਹਨ।